ਮੌਜੂਦਾ ਸਰਕਾਰ ਨੇ ਵੱਖ-ਵੱਖ ਮਹਿਕਮਿਆਂ ਵਿੱਚ ਹੋਏ ਸਕੈਂਡਲਾਂ ਨੂੰ ਨੰਗਾ ਕਰਨ ਦਾ ਬੀੜਾ ਉਠਾਇਆ, ਪਰ ਇਰੀਗੇਸ਼ਨ ਦਾ ਜਿਹੜਾ ਸਕੈਂਡਲ ਹੈ ਉਹ ਅਜੇ ਵੀ ਪੂਰੀ ਤਰ੍ਹਾਂ ਚੁੱਕਿਆ ਨਹੀਂ ਗਿਆ। ਕਹਿ ਸਕਦੇ ਹਾਂ ਕਿ ਉਹ ਅਜੇ ਵੀ ਪਰਦੇ ਪਿੱਛੇ ਕੀ ਕੁਛ ਹੈ ਉਹਦੇ ਬਾਰੇ ਲੋਕਾਂ ਨੂੰ ਬਹੁਤੀ ਜਾਣਕਾਰੀ ਨਹੀਂ, ਜਿਸ ਕਾਰਨ ਸੀਨੀਅਰ ਐਡਵੋਕੇਟ ਬਲਤੇਜ ਸਿੰਘ ਸਿੱਧੂ ਨੇ ਹਾਈਕੋਰਟ ਵਿੱਚ ਇੱਕ ਰਿਟ ਦਾਖਲ ਕੀਤੀ ਹੈ। ਕੀ ਮਾਮਲਾ ਇਰੀਗੇਸ਼ਨ ਦਾ, ਉਹਦੇ ਬਾਰੇ ਗੱਲ ਕਰਦੇ ਹਾਂ। ਸਿੱਧੂ ਸਾਹਿਬ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ। ਹਾਂ, ਵੈਲਕਮ ਜੀ। ਦੈਨਿਕ ਸਵੇਰਾ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਹਿਬ, ਇਹਨੂੰ 1000 ਕਰੋੜ ਦਾ ਸਕੈਂਡਲ ਕਿਉਂ ਕਿਹਾ ਜਾਂਦਾ? ਤੁਸੀਂ ਕਹਿ ਰਹੇ ਹੋ ਕਈ ਕਰੋੜਾਂ ਦਾ ਉਦੋਂ ਵੀ ਵੱਧ ਹੈ। ਮਾਮਲਾ ਕੀ ਹੈ ਤੇ ਕਿੱਥੇ ਕਿੱਥੇ ਗਬਨ ਹੋਇਆ? ਇਹ ਖੋਖਰ ਸਾਹਿਬ, ਪਤਾ ਨਹੀਂ 1000 ਕਰੋੜ ਸਕੈਮ ਦਾ ਇਹਨੂੰ ਕਿਉਂ ਨਾਂ ਦਿੱਤਾ ਗਿਆ। ਇਰੀਗੇਸ਼ਨ ਦੇ ਵਿੱਚ ਜਿਸ ਤਰ੍ਹਾਂ ਦਾ ਸਕੈਮ ਹੋਇਆ ਜਾਂ ਜੋ ਡਾਕੂਮੈਂਟ ਸਾਡੇ ਕੋਲ ਆ, 1000 ਕਰੋੜ ਰੁਪਇਆ ਤਾਂ ਕੁਛ ਵੀ ਨਹੀਂ। ਇਹ ਕਾਫੀ ਵੱਡਾ ਸਕੈਮ ਹੈ। ਜਿਵੇਂ ਜਿਵੇਂ ਇਹਦੀ ਇਨਵੈਸਟੀਗੇਸ਼ਨ ਹੋਏਗੀ ਤਾਂ ਪਰਤਾਂ ਖੁੱਲਣਗੀਆਂ, ਫਿਰ ਪਤਾ ਲੱਗੇਗਾ ਕਿੰਨੇ ਦਾ ਸਕੈਮ ਹੈ। ਦੂਸਰਾ ਤੁਹਾਡਾ ਸਵਾਲ ਕੀ ਸੀ? ਪਹਿਲਾਂ ਹੁਣ ਮੇਰਾ ਨਾਲ ਸਵਾਲ ਇਹਦੇ ਨਾਲ ਜੁੜ ਜਾਂਦਾ, ਵਿਜੀਲੈਂਸ ਨੇ ਇਹਦੀ ਕੁਝ ਜਾਂਚ ਕੀਤੀ ਆ। ਵਿਜੀਲੈਂਸ ਦੀ ਜਾਂਚ ਦੌਰਾਨ ਕਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਉਹ ਦੱਸ ਦਿਓ ਜਰਾ। ਇਹਦੇ ਵਿੱਚ ਬੇਸਿਕਲੀ ਇਰੀਗੇਸ਼ਨ ਸਕੈਮ ਦਾ ਜਦੋਂ ਵਿਜੀਲੈਂਸ ਦੇ ਧਿਆਨ 'ਚ ਆਇਆ ਤਾਂ ਵਿਜੀਲੈਂਸ ਨੇ ਆਪਣੇ ਲੈਵਲ 'ਤੇ ਇੱਕ ਸੀਕ੍ਰੇਟ ਇਨਕੁਆਇਰੀ ਕੀਤੀ। ਉਸ ਸੀਕ੍ਰੇਟ ਇਨਕੁਆਇਰੀ ਦੇ ਵਿੱਚ ਇਹਨਾਂ ਨੂੰ ਪਤਾ ਲੱਗਿਆ ਵੀ ਡਿਪਾਰਟਮੈਂਟ ਦੇ ਕੁਛ ਆਦਮੀ ਆਫੀਸਰਸ, ਚੀਫ ਇੰਜੀਨੀਅਰ, ਸੈਕਟਰੀ ਇਰੀਗੇਸ਼ਨ ਐਰਾ ਵਗੈਰਾ, ਉਸ ਤੋਂ ਨੀਚੇ ਵਾਲੇ ਐਗਜ਼ੈਕਟਿਵ ਇੰਜੀਨੀਅਰ, SDO, ਕੰਟਰੈਕਟਰਜ਼, ਜੂਨੀਅਰ ਇੰਜੀਨੀਅਰ ਵੀ ਉਹ ਰਲੇ ਹੋਏ ਆ। ਉਹਨਾਂ ਦੀ ਮਿਲੀ ਭੁਗਤ ਨਾਲ ਕਾਫੀ ਪੈਸਾ ਜਿਹੜਾ ਹੈਗਾ ਉਹਦੀ ਦੁਰਵਰਤੋਂ ਹੋ ਰਹੀ ਹੈ ਜਾਂ ਲੋਕਾਂ ਵੱਲੋਂ ਖਾਧਾ ਜਾ ਰਿਹਾ। ਉਸ ਇਨਕੁਆਇਰੀ ਦੇ ਬੇਸ 'ਤੇ 17/8/2017 ਨੂੰ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ 1 ਮੋਹਾਲੀ ਨੇ ਇੱਕ FIR ਦਰਜ ਕੀਤੀ। ਉਸ FIR ਦੇ ਵਿੱਚ ਮੇਨ ਅਕਿਊਜ਼ਡ ਗੁਰਿੰਦਰ ਸਿੰਘ ਉਰਫ ਪਾਪਾ, ਉਹਦਾ ਛੋਟਾ ਨਾਮ ਪਾਪਾ ਕਰਕੇ ਜਾਣਿਆ ਜਾਂਦਾ, ਬੜਾ ਨਾਮੀ ਗ੍ਰਾਮੀ ਠੇਕੇਦਾਰ ਹੈ ਇਰੀਗੇਸ਼ਨ ਦਾ, ਉਹ 'ਤੇ ਪਰਚਾ ਦਰਜ ਕੀਤਾ ਗਿਆ। ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਗੁਰਿੰਦਰ ਸਿੰਘ ਇਸ ਪਾਪਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ, ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ, ਤਾਂ ਉਹਨੇ ਗ੍ਰਿਫਤਾਰੀ ਦੇ ਦੌਰਾਨ ਇੱਕ ਡਿਸਕਲੋਜ਼ਰ ਸਟੇਟਮੈਂਟ ਦਿੱਤੀ। ਉਸ ਡਿਸਕਲੋਜ਼ਰ ਸਟੇਟਮੈਂਟ ਦੇ ਵਿੱਚ ਉਹਨੇ ਇਹ ਕਿਹਾ ਵੀ ਮੈਂ ਇਹਨਾਂ ਠੇਕਿਆਂ ਦੇ ਸੰਬੰਧ 'ਚ ਕੁਛ ਪੈਸੇ ਹਿੱਸਾ ਸੀਨੀਅਰ ਅਫਸਰਾਂ ਨੂੰ ਦਿੰਦਾ ਰਿਹਾ ਔਰ ਕੁਛ ਪੈਸੇ ਹਿੱਸਾ ਉਸ ਵੇਲੇ ਦੇ ਇਰੀਗੇਸ਼ਨ ਮੰਤਰੀਆਂ ਨੂੰ ਦਿੰਦਾ ਰਿਹਾ। ਉਸ ਸਟੇਟਮੈਂਟ ਦੇ ਵਿੱਚ ਉਹਨੇ ਨਾਮ ਲਏ KBS ਸਿੱਧੂ, ਸਰਦਾਰ KBS ਸਿੱਧੂ IAS ਹੈਗੇ ਆ, ਉਹਨਾਂ ਦਾ ਨਾਮ ਲਿਆ ਗਿਆ। ਸ਼੍ਰੀ ਸ਼ਰਵੇਸ਼ ਕੌਸ਼ਲ ਜੀ ਚੀਫ ਸੈਕਟਰੀ ਰਹੇ ਪੰਜਾਬ ਦੇ IAS, ਉਹਨਾਂ ਦਾ ਨਾਮ ਲਿਆ ਗਿਆ। ਔਰ ਸਰਦਾਰ ਕਾਹਨ ਸਿੰਘ ਪੰਨੂ IAS, ਉਹ ਵੀ ਕਿਸੇ ਵੇਲੇ ਸੈਕਟਰੀ ਇਰੀਗੇਸ਼ਨ ਰਹੇ ਸਨ, ਉਹਨਾਂ ਦਾ ਨਾਮ ਲਿਆ ਗਿਆ। ਔਰ ਇਸ ਤੋਂ ਇਲਾਵਾ ਉਹਨੇ ਸਰਦਾਰ ਜਨਮੇਜਾ ਸਿੰਘ ਸੇਖੋਂ, ਉਸ ਵੇਲੇ ਦੇ ਇਰੀਗੇਸ਼ਨ ਮੰਤਰੀ, ਉਹਨਾਂ ਦਾ ਨਾਮ ਲਿਆ ਗਿਆ। ਔਰ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਉਸ ਵੇਲੇ ਦੇ ਇਰੀਗੇਸ਼ਨ ਮੰਤਰੀ, ਉਹਨਾਂ ਦਾ ਨਾਮ ਲਿਆ ਗਿਆ। ਉਸ ਤੋਂ ਇਲਾਵਾ ਉਹਨਾਂ ਦੇ 2 PA, ਉਹਨਾਂ ਦਾ ਨਾਮ ਲਿਆ ਗਿਆ। ਉਹਨੇ ਸਟੇਟਮੈਂਟ ਦੇ ਵਿੱਚ ਇਕੱਲਾ ਉਹਨਾਂ ਦਾ ਨਾਮ ਹੀ ਨਹੀਂ ਲਿਆ, ਉਹਦੀ ਸਟੇਟਮੈਂਟ ਦੇ ਵਿੱਚ ਕਾਫੀ ਕੁਛ ਉਹਨੇ ਐਵੀਡੈਂਸ ਦਿੱਤੀ, ਜਿਸ ਐਵੀਡੈਂਸ ਤੋਂ ਇਹ ਪਤਾ ਲੱਗਦਾ ਸੀ ਵੀ ਉਹਨਾਂ ਨੂੰ ਇਰੀਗੇਸ਼ਨ ਸਕੈਮ ਦੇ ਵਿੱਚੋਂ ਜਿਨ੍ਹਾਂ ਲੋਕਾਂ ਦੇ ਪਹਿਲਾਂ ਮੈਂ ਨਾਮ ਲਏ ਆ, ਉਹਨਾਂ ਨੂੰ ਵੀ ਪੈਸਾ ਜਾਂਦਾ ਰਿਹਾ ਸੀ। ਉਹਨੇ ਫਿਗਰਜ਼ ਵੀ ਦਿੱਤੀਆਂ, ਮੈਂ ਇੰਨਾ ਪੈਸਾ ਦਿੱਤਾ। ਬਕਾਇਦਾ ਆਫੀਸਰ ਸਾਹਿਬਾਨ ਉਹਨੂੰ ਟੈਲੀਫੋਨ ਲੈ ਕੇ ਦਿੰਦੇ ਸਨ, ਉਹ ਕਹਿੰਦਾ ਮੈਨੂੰ ਟੈਲੀਫੋਨ ਲੈ ਕੇ ਦਿੰਦੇ ਸੀ। ਉਹ ਟੈਲੀਫੋਨ ਮੈਂ ਕੁਝ ਸਮੇਂ ਲਈ ਯੂਜ਼ ਕਰਦਾ ਸੀ, ਉਸ ਤੋਂ ਬਾਅਦ ਟੈਲੀਫੋਨ ਬਦਲ ਦਿੱਤਾ ਜਾਂਦਾ ਸੀ। ਉਹਨੇ ਹੋਰ ਵੀ ਕਾਫੀ ਕੁਝ ਕਿਹਾ ਵੀ ਫਲਾਂ ਵੇਲੇ ਇੱਕ ਜ਼ਮੀਨ ਖਰੀਦੀ ਗਈ, ਅਲਾਟ ਕੀਤੀ ਗਈ ਪਹਿਲਾਂ FCR ਵੱਲੋਂ, ਫਿਰ ਉਹ ਜ਼ਮੀਨ FCR ਨੇ ਆਪਣੇ ਬਦਲ ਅਲਾਟ ਕਰਕੇ ਉਹ ਤੋਂ ਵਿਕਵਾਈ ਗਈ ਔਰ ਉਹਦੇ 'ਚੋਂ ਕਹਿੰਦਾ ਮੈਂ ਖੁਦ ਉਹਦਾ ਹਿੱਸਾ ਦੇ ਕੇ ਆਇਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਇਨਵੈਸਟੀਗੇਟ ਕਰਨ ਲਈ ਜਾਂ ਇਨਕੁਆਇਰ ਇਨਟੂ ਕਰਨ ਲਈ ਇੱਕ ਪ੍ਰਾਇਰ ਸੈਂਕਸ਼ਨ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਤਹਿਤ ਜ਼ਰੂਰੀ ਹੁੰਦੀ ਹੈ। ਉਹ ਪ੍ਰਾਇਰ ਸੈਂਕਸ਼ਨ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਗਈ। ਤਾਂ ਕਿਸੇ ਵੇਲੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਬਹੁਤ ਨਾਮੀ ਗ੍ਰਾਮੀ ਪੱਤਰਕਾਰ ਵੱਲੋਂ ਖਬਰ ਲਾਈ ਗਈ ਸੀ ਬੜੀ ਡਿਟੇਲ ਦੇ ਵਿੱਚ। ਉਹ ਖਬਰ ਹਰਮੀਤ ਸਿੰਘ ਨਾਮ ਦੇ ਬੰਦੇ ਆ ਬਠਿੰਡਾ ਡਿਸਟ੍ਰਿਕਟ ਤੋਂ, ਉਹਨਾਂ ਨੇ ਪੜ੍ਹੀ। ਉਹ ਖਬਰ ਲੈ ਕੇ ਉਸ ਪੱਤਰਕਾਰ ਨੂੰ ਮਿਲੇ, ਉਹ ਤੋਂ ਮਟੀਰੀਅਲ ਲਿਆ ਗਿਆ। ਉਹ ਮਟੀਰੀਅਲ ਲੈ ਕੇ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ। ਤਾਂ ਉਸ ਤੋਂ ਅੱਗੇ ਅਸੀਂ ਜਿਹੜੀ ਹੈ ਲੀਗਲ ਕਾਰਵਾਈ ਵੀ ਇਹਨਾਂ ਮੰਤਰੀਆਂ ਦੇ ਖਿਲਾਫ ਔਰ ਇਹਨਾਂ IAS ਆਫੀਸਰ ਦੇ ਖਿਲਾਫ ਪੰਜਾਬ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ, ਉਹਦੇ ਬਾਰੇ ਅਸੀਂ ਲੀਗਲ ਕਾਰਵਾਈ ਆਰੰਭ ਕੀਤੀ ਹਰਮੀਤ ਸਿੰਘ ਵਗੈਰਾ ਵੱਲੋਂ। ਠੀਕ ਆ, ਪਰ ਉਹ ਸਕੈਂਡਲ ਕਿਸ ਤਰ੍ਹਾਂ ਦਾ ਸੀਗਾ? ਇਰੀਗੇਸ਼ਨ ਦੇ ਵਿੱਚੋਂ ਕੀ ਟੈਂਡਰਾਂ ਦੀ ਗਲਤ ਅਲਾਟਮੈਂਟ ਜਾਂ ਫਿਰ ਪੈਚ ਵਰਕ ਲਾਉਂਦੇ ਨਹੀਂ ਸੀ ਉਹਦੇ ਪੈਸੇ ਪਾਏ, ਜਾਂ ਫਿਰ ਨਹਿਰਾਂ ਦੀ ਸਫਾਈ 'ਚੋਂ ਪੈਸੇ ਖਾਧੇ? ਕਿਸ ਤਰ੍ਹਾਂ ਦਾ ਖਾਧੇ ਗਏ ਪੈਸੇ? ਸਾਰੇ ਤਰ੍ਹਾਂ ਦੇ ਕੰਮਾਂ ਦਾ, ਨਹਿਰਾਂ ਨੂੰ ਪੱਕੇ ਕਰਨ ਦਾ, ਪੁਲਾਂ ਦਾ, ਡਰੇਨਾਂ ਨੂੰ ਕੱਢਣ ਦਾ, ਡਰੇਨਾਂ ਦੀ ਸਫਾਈ ਦਾ, ਨਦੀਆਂ ਦੇ ਵਿੱਚੋਂ ਪਾਣੀ ਦੇ ਬਹਾਵ ਨੂੰ ਰੋਕਣ ਲਈ ਪੱਥਰ ਤੋੜਨ ਦਾ,
ਬਹੁਤ ਤਰ੍ਹਾਂ ਦੇ ਜਿੰਨੇ ਵੀ ਇਰੀਗੇਸ਼ਨ ਤੇ ਡਰੇਨੇਜ ਨਾਲ ਰਿਲੇਟਡ ਕੰਮ ਹੈ ਉਹਨਾਂ ਦਾ। ਇਸ ਤੋਂ ਇਲਾਵਾ ਜੋ ਇਰੀਗੇਸ਼ਨ ਜਾਂ ਡਰੇਨੇਜ ਡਿਪਾਰਟਮੈਂਟ ਵੱਲੋਂ ਮਸ਼ੀਨਰੀ ਖਰੀਦੀ ਗਈ, ਕੋਈ ਟ੍ਰੈਂਚਿੰਗ ਮਸ਼ੀਨਾਂ ਹੈ, ਕੁਛ ਹੋਰ ਹੈ, ਉਹ ਸਾਰੀ ਦੀ ਖਰੀਦਾ ਫਰੋਖਤ ਦੇ ਵਿੱਚ ਘਪਲੇ ਦਾ ਮਸਲਾ ਹੈ। ਕਈ ਕਾਗਜ਼ੀ ਕੰਮ ਹੁੰਦੇ ਆ ਇਰੀਗੇਸ਼ਨ ਦੇ, ਕੁਝ ਕਾਗਜ਼ੀ ਕੰਮ ਵੀ ਹੈ ਜਿਹੜੇ ਕੇਵਲ ਬਿੱਲ ਪਾ ਦਿੱਤੇ ਗਏ, ਉਸ ਤਰ੍ਹਾਂ ਦੀ ਵੀ ਕੋਈ ਗੱਲ ਸਾਹਮਣੇ ਆਈ ਹੈ? ਨਹੀਂ, ਸਾਡੇ ਕੋਲੇ ਅਜਿਹੀ ਕੋਈ ਇਨਫੋਰਮੇਸ਼ਨ ਨਹੀਂ। ਵਿਜੀਲੈਂਸ ਕੋਲ ਇਹਦੇ ਬਾਰੇ ਬਿਲਕੁਲ ਐਵੀਡੈਂਸ ਹੋਏਗੀ। ਵਿਜੀਲੈਂਸ ਨੇ ਪੰਜਾਬ ਸਰਕਾਰ ਨੂੰ ਲਿਖਿਆ ਵੀ ਅਸੀਂ ਇਹਨਾਂ ਜਿਨ੍ਹਾਂ ਅਫਸਰਾਂ ਦੇ ਮੈਂ ਨਾਮ ਲੈ ਚੁੱਕਿਆ ਉਹਨਾਂ ਨੂੰ ਔਰ 2 ਮੰਤਰੀ ਸਾਹਿਬਾਨ ਨੂੰ ਔਰ ਉਹਨਾਂ ਦੇ ਪੀਏ ਨੂੰ ਅਸੀਂ ਇਨਵੈਸਟੀਗੇਟ ਕਰਨਾ ਹੈ, FIR ਦੇ ਵਿੱਚ ਨਾਮਜ਼ਦ ਕਰਨਾ ਹੈ। ਇਸ ਲਈ ਸਾਨੂੰ ਪਰਮਿਸ਼ਨ ਦਿਓ। ਤਾਂ ਪਰਮਿਸ਼ਨ ਮੰਗਣ ਲਈ ਬੇਸਿਕ, ਕਿਉਂਕਿ ਮੈਂ ਵਕੀਲ ਹਾਂ, ਸਾਨੂੰ ਇਸ ਲਾਈਨ ਦਾ ਪਤਾ, ਸਰਕਾਰ ਨੂੰ ਬੇਸਿਕ ਮਟੀਰੀਅਲ ਵਿਜੀਲੈਂਸ ਨੂੰ ਸਰਕਾਰ ਕੋਲੇ ਭੇਜਣਾ ਪੈਂਦਾ ਹੈ ਤਾਂ ਕਿ ਵਿਜੀਲੈਂਸ ਜਾਂ ਪੁਲਿਸ ਇਹ ਸਾਬਤ ਕਰ ਸਕੇ ਵੀ ਸਾਡੇ ਕੋਲ ਪੁਖਤਾ ਸਬੂਤ ਹਨ ਇਹਨਾਂ ਦੇ ਖਿਲਾਫ। ਇਹਨਾਂ ਸਬੂਤਾਂ ਦੇ ਆਧਾਰ 'ਤੇ ਅਸੀਂ ਇਹਨਾਂ ਨੂੰ ਨਾਮਜ਼ਦ ਕਰਨਾ ਦੋਸ਼ੀ ਔਰ ਕੇਸ ਨੂੰ ਇਨਵੈਸਟੀਗੇਟ ਕਰਨਾ। ਇਹਨਾਂ ਸਬੂਤਾਂ ਦੇ ਆਧਾਰ 'ਤੇ ਸਾਨੂੰ ਸੈਂਕਸ਼ਨ ਟੂ ਪ੍ਰੋਸੀਕਿਊਟ ਦਿਓ, ਜਿਹੜੀ ਕੇਸ ਸਰਕਾਰ ਵੱਲੋਂ ਨਹੀਂ ਦਿੱਤੀ ਗਈ। ਤੇ ਵਿਜੀਲੈਂਸ ਨੇ ਪ੍ਰੋਪਰ ਉਹ ਡਾਕੂਮੈਂਟ ਲਾਏ ਸੀ, ਪ੍ਰੂਫ ਜਿਹੜੀ ਤੁਸੀਂ ਗੱਲ ਕਰਦੇ ਹੋ, ਪ੍ਰੋਪਰ ਸੈਂਕਸ਼ਨ ਮੰਗੀ ਸੀ ਕਿ ਨਹੀਂ? ਵਿਜੀਲੈਂਸ ਨੇ ਸੈਂਕਸ਼ਨ ਮੰਗੀ ਦੀ ਗੱਲ ਨਹੀਂ, ਵਿਜੀਲੈਂਸ ਵਾਰ-ਵਾਰ ਲਿਖ ਰਹੀ ਹੈ। ਸਾਡੇ ਕੋਲ ਵਿਜੀਲੈਂਸ ਦੇ ਇੱਕ ਨਹੀਂ, ਇੱਕ ਤੋਂ ਕਈ ਜ਼ਿਆਦਾ ਲੈਟਰ ਹੈ ਜਿਨ੍ਹਾਂ ਦੇ ਵਿੱਚ ਵਿਜੀਲੈਂਸ ਨੇ ਵਾਰ-ਵਾਰ ਲਿਖਿਆ ਹੈ। ਤੇ ਵਿਦ ਪ੍ਰੂਫ ਵੀ ਡਾਕੂਮੈਂਟ ਭੇਜੇ ਗਏ ਨੇ ਕਿ ਇਸ ਮਾਮਲੇ ਤੇ ਲੋੜ ਹੈ ਸੈਂਕਸ਼ਨ ਦੀ? ਬਿਲਕੁਲ, ਉਹਨਾਂ ਨੇ, ਸਰਕਾਰ ਨੇ ਉਹਨਾਂ ਤੋਂ ਮੰਗਿਆ ਸਾਨੂੰ ਪ੍ਰੂਫ ਭੇਜੋ, ਫਿਰ ਵਿਜੀਲੈਂਸ ਨੇ ਪ੍ਰੂਫ ਭੇਜੇ ਵੀ ਸਾਡੇ ਕੋਲ ਇਹ ਪ੍ਰੂਫ ਹੈ। ਪਰ ਉਹਦੇ ਵਿੱਚ ਪਤਾ ਨਹੀਂ ਹੁਣ ਕਿਹੜੀਆਂ ਤਾਕਤਾਂ ਕੰਮ ਕਰਦੀਆਂ, ਅਸੀਂ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਸੀ, ਉਦੋਂ ਵੀ ਵਿਜੀਲੈਂਸ ਕਰਦੀ ਰਹੀ, ਵਾਰ-ਵਾਰ ਚਿੱਠੀਆਂ ਲਿਖਦੀ ਰਹੀ, ਵਿਜੀਲੈਂਸ ਵੱਲੋਂ ਕੋਈ ਢਿੱਲ ਨਹੀਂ। ਉਸ ਤੋਂ ਬਾਅਦ ਚੰਨੀ ਸਾਹਿਬ ਦੀ ਸਰਕਾਰ ਆਈ, ਉਦੋਂ ਵੀ ਚਿੱਠੀਆਂ ਲਿਖਦੇ ਰਹੇ, ਪਰ ਕਿਸੇ ਕੁਛ ਹੋ ਨਹੀਂ ਸਕਿਆ। ਮੌਜੂਦਾ ਸਰਕਾਰ ਬਣੀ ਨੂੰ ਵੀ ਤਕਰੀਬਨ 4 ਮਹੀਨੇ ਹੋ ਗਏ, ਇਹਨਾਂ ਤੋਂ ਦੁਬਾਰੇ ਕੋਈ ਰਿਵਿਊ ਲੈਟਰ ਲਿਖ ਕੇ ਦੁਬਾਰੇ ਕੋਈ ਮੰਗਿਆ ਇਹਨਾਂ ਤੋਂ ਸੈਂਕਸ਼ਨ? ਮੌਜੂਦਾ ਸਰਕਾਰ ਹੁਣ ਕੰਟੈਂਪਟ ਫੇਸ ਕਰ ਰਹੀ ਹੈ। ਮੈਂ ਪਹਿਲੀ ਗੱਲ ਛੱਡ ਗਿਆ, ਅਸੀਂ ਜਦੋਂ ਮੇਰੇ ਕਲਾਇੰਟਸ ਨੇ ਮੈਨੂੰ ਕੰਟੈਕਟ ਕੀਤਾ ਤਾਂ ਅਸੀਂ ਪੰਜਾਬ ਸਰਕਾਰ ਨੂੰ ਇੱਕ ਲੀਗਲ ਨੋਟਿਸ ਦਿੱਤਾ ਵੀ ਆ ਗੁਰਿੰਦਰ ਸਿੰਘ ਏਲੀਸ ਪਾਪਾ ਦੀ ਸਟੇਟਮੈਂਟ ਹੈ ਤੇ ਤੁਸੀਂ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੋ। ਉਹਨਾਂ ਨੇ ਕਾਰਵਾਈ ਨਹੀਂ ਕੀਤੀ, ਪਰ ਨਿਜ਼ਾਮ ਦੇ ਖਿਲਾਫ ਲੜਨਾ ਬੜਾ ਔਖਾ ਹੈ। ਅਸੀਂ ਹਾਈ ਕੋਰਟ ਦੇ ਵਿੱਚ ਐਮਬੈਜਲਮੈਂਟ ਤੇ, ਪਬਲਿਕ ਫੰਡਸ ਦੀ ਐਮਬੈਜਲਮੈਂਟ ਤੇ ਔਰ ਕਰਪਸ਼ਨ ਤੇ ਆਰਡੀਨਰੀਲੀ PIL ਨਹੀਂ ਪੈ ਸਕਦੀ। ਸੋ PIL ਨਾ ਪੈਂਦੀ ਹੋਣ ਕਰਕੇ ਅਸੀਂ ਇੱਕ ਪ੍ਰਾਈਵੇਟ ਇੰਟਰਸਟ ਲਿਟੀਗੇਸ਼ਨ ਪਾਈ। ਉਹਦੇ ਵਿੱਚ ਹਾਈ ਕੋਰਟ ਨੇ ਸਾਨੂੰ ਕਿਹਾ ਤੁਹਾਨੂੰ ਕੀ ਇਤਰਾਜ਼ ਹੈ, ਤਾਂ ਉਹਦੇ 'ਚ ਲੰਬੀ ਚੌੜੀ ਕਈ ਤਰੀਕਾਂ ਲੱਗੀਆਂ, ਲੰਬੀਆਂ ਚੌੜੀਆਂ ਬਹਿਸ ਹੋਈ, ਜਜਮੈਂਟਸ ਦਿਖਾਈਆਂ ਗਈਆਂ। ਪੰਜਾਬ ਸਰਕਾਰ ਦਾ ਐਫੀਡੇਵਿਟ ਆਇਆ ਵੀ ਇਹਨਾਂ ਬੰਦਿਆਂ ਦਾ ਜਾਤੀ ਤਾਂ ਕੋਈ ਮਫਾਦ ਨਹੀਂ ਹੈ, ਇਹ ਤਾਂ ਜਨਹਿਤ ਪਟੀਸ਼ਨ ਬਣਦੀ ਹੈ, ਜਨਹਿਤ ਪਟੀਸ਼ਨ ਪਾ ਲੈਣ। ਫਿਰ ਹਾਈ ਕੋਰਟ ਨੂੰ ਅਸੀਂ ਦੱਸਿਆ ਵੀ ਅਸੀਂ ਜਨਹਿਤ ਪਟੀਸ਼ਨ ਪਾ ਨਹੀਂ ਸਕਦੇ ਕਿਉਂਕਿ ਇਹ ਜਨਹਿਤ ਦਾ ਮਸਲਾ ਤਾਂ ਹੈ, ਪਰ ਹਾਈ ਕੋਰਟ ਰੂਲ ਜਿਹੜੇ ਆ ਉਹ ਜਨਹਿਤ ਪਟੀਸ਼ਨ ਨੂੰ ਪਾਉਣ ਨਹੀਂ ਦਿੰਦੇ, ਪਰਮਿਟ ਨਹੀਂ ਕਰਦੇ। ਫਿਰ ਹਾਈ ਕੋਰਟ ਨੇ ਸਾਨੂੰ ਕਿਹਾ, ਸਿੰਗਲ ਬੈਂਚ ਨੇ, ਵੀ ਤੁਸੀਂ ਜਨਹਿਤ ਪਟੀਸ਼ਨ ਪਾਓ। ਫਿਰ ਅਸੀਂ ਜਨਹਿਤ ਪਟੀਸ਼ਨ ਪਾਈ। ਜਨਹਿਤ ਪਟੀਸ਼ਨ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਵਕੀਲ ਖੜਾ ਹੋਇਆ, ਉਹਨੇ ਪਹਿਲੇ ਦਿਨ ਇਹ ਸਟੇਟਮੈਂਟ ਦੇਤੀ ਵੀ ਇਹ ਮਸਲਾ ਸਾਡੇ ਧਿਆਨ 'ਚ ਹੈ, ਅਸੀਂ ਇਹ 'ਤੇ ਕਾਰਵਾਈ ਕਰ ਰਹੇ ਹਾਂ। ਅਤੇ ਉਹ ਸਟੇਟਮੈਂਟ ਦਿੱਤੀ ਗਈ 14/7/2021 ਨੂੰ। ਉਹ 'ਤੇ ਕੋਈ ਕਾਰਵਾਈ ਨਹੀਂ ਹੋਈ। ਜਨਹਿਤ ਪਟੀਸ਼ਨ ਜੋ ਸਟੇਟਮੈਂਟ ਸਰਕਾਰੀ ਵਕੀਲ ਵੱਲੋਂ ਦਿੱਤੀ ਗਈ, ਫਿਰ ਅਸੀਂ ਉਹਦੇ 'ਚ ਰਿਵਾਈਵਲ ਦੀ ਐਪਲੀਕੇਸ਼ਨ ਪਾਈ ਵੀ ਸਰਕਾਰ ਤਾਂ ਕੁਛ ਕਰ ਨਹੀਂ ਰਹੀ, ਇੰਨਾ ਸਮਾਂ ਬੀਤ ਗਿਆ। ਦੁਬਾਰਾ ਸੁਣਵਾਈ ਲਈ ਕੇਸ ਲੱਗਿਆ 8/11/2021 ਨੂੰ। 8/11/2021 ਨੂੰ ਪੰਜਾਬ ਸਰਕਾਰ ਦਾ ਫਿਰ ਉਹੀ ਐਡਵੋਕੇਟ ਦੁਬਾਰਾ ਪੇਸ਼ ਹੋਇਆ ਔਰ ਚੀਫ ਜਸਟਿਸ ਦੀ ਕੋਰਟ ਦੇ ਵਿੱਚ ਕੇਸ ਲੱਗਿਆ ਸੀ। ਜੱਜ ਸਾਹਿਬ ਨੇ ਖਿਚਾਈ ਕੀਤੀ ਵੀ ਤੁਸੀਂ ਖੁਦ ਬਿਆਨ ਦੇ ਕੇ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ, ਤਾਂ ਫਿਰ ਉਹਨਾਂ ਨੂੰ ਮਜਬੂਰਨ ਬਿਆਨ ਦੇਣਾ ਪਿਆ ਵੀ ਅਸੀਂ 4 ਹਫ਼ਤੇ ਦੇ ਵਿੱਚ ਕਾਰਵਾਈ ਕਰਾਂਗੇ। ਔਰ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਉਹਦਾ ਬਿਆਨ ਰਿਕਾਰਡ ਕਰਕੇ ਵੀ 4/8/11/2021 ਤੋਂ, ਫਰਮ ਦੈਟ ਡੇ ਟੂ ਡੇ, 8/11/2021 ਤੋਂ 4 ਹਫ਼ਤੇ ਦੇ ਵਿੱਚ ਕਾਰਵਾਈ ਕਰੋ, ਸੈਂਕਸ਼ਨ ਦੇਣੀ ਜਾਂ ਨਾ ਦੇਣੀ ਦਾ ਫੈਸਲਾ ਕਰੋ। ਲੇਕਿਨ ਕੋਈ ਫੈਸਲਾ ਨਹੀਂ ਕੀਤਾ ਗਿਆ। ਮਜਬੂਰਨ ਸਾਨੂੰ ਕੰਟੈਂਪਟ ਪਾਉਣੀ ਪਈ। ਉਹ ਅੱਜ ਕੰਟੈਂਪਟ ਚੀਫ ਸੈਕਟਰੀ ਪੰਜਾਬ, ਪ੍ਰਿੰਸੀਪਲ ਸੈਕਟਰੀ ਵਿਜੀਲੈਂਸ ਐਂਡ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਫੇਸ ਕਰ ਰਹੇ ਆ। ਉਹਦੇ 'ਚ ਵੀ ਵਾਰ-ਵਾਰ ਤਰੀਕਾਂ ਪੰਜਾਬ ਸਰਕਾਰ ਲੈ ਰਹੀ ਹੈ। ਇਹ ਕੰਟੈਂਪਟ ਚੰਨੀ ਸਾਹਿਬ ਵੇਲੇ ਪਾਈ ਗਈ ਸੀ, ਚੰਨੀ ਸਾਹਿਬ ਤੋਂ ਬਾਅਦ ਨਵੀਂ ਸਰਕਾਰ ਆਈ ਹੈ, ਨਵੀਂ ਸਰਕਾਰ ਵੀ ਉਹਦੀ 2 ਤਰੀਕਾਂ ਲੱਗ ਚੁੱਕੀਆਂ, ਪਰ ਹਰ ਵਾਰ ਜੋ ਹੁੰਦਾ ਟਾਲ ਮਟੋਲ। ਡੇਟ ਕਿੰਨੀ ਹੈ ਕੰਟੈਂਪਟ ਦੀ ਜਿਹੜਾ ਤੁਸੀਂ ਕਹਿ ਰਹੇ ਹੋ? 8/11/2021 ਅਗਲੀ ਤਰੀਕ ਹੈਗੀ ਹੈ। ਤੁਹਾਨੂੰ ਲੱਗਦਾ ਕਿ ਹੁਣ ਦੁਬਾਰੇ ਇਹਦਾ ਨਹੀਂ, ਤੁਹਾਨੂੰ ਦੁਬਾਰੇ ਕੋਰਟ 'ਚ ਜਾਣਾ ਪਊਗਾ ਕਿ ਭਾਈ ਜਵਾਬ ਦਿੱਤਾ ਨਹੀਂ ਸਰਕਾਰ ਨੇ? ਨਹੀਂ, ਅਸੀਂ ਤਾਂ ਕੋਰਟ ਦੇ ਵਿੱਚ ਆਲਰੇਡੀ ਗਏ ਹੋਏ ਹਾਂ। ਪੰਜਾਬ ਸਰਕਾਰ ਕੰਟੈਂਪਟ ਫੇਸ ਕਰ ਰਹੀ ਹੈ।
ਕੰਟੈਂਪਟ ਚਲੋ 1 ਤਰੀਕ ਪੈ ਜੂ, 2 ਤਰੀਕ ਪੈ ਜੂ, ਅਖੀਰ ਬੱਕਰੇ ਦੀ ਮਾਂ ਤਾਂ ਕਿੰਨਾ ਕੁ ਖੈਰ ਬਣਾਊਗੀ। ਕੰਟੈਂਪਟ ਦੇ ਵਿੱਚ ਤਾਂ ਭੱਜ ਤਾਂ ਸਕਦੇ ਨਹੀਂ। 8 ਨੈਕਸਟ ਡੇਟ ਜਿਹੜੀ ਹੈਗੀ 8 ਜੁਲਾਈ 2022, ਉਹਦੇ ਤੋਂ ਹੋਰ ਤਰੀਕ ਲੈ ਲੈਣਗੇ, ਕਿੰਨੀਆਂ ਤਰੀਕਾਂ ਲੈ ਲੈਣਗੇ। ਵੈਸੇ ਅਸੂਲਨ ਤਾਂ ਉਹਨਾਂ ਦਾ ਖੁਦ ਦਾ ਬਿਆਨ ਹੈ, ਉਹਨੂੰ ਕੁਛ 8 ਜੁਲਾਈ ਤੱਕ ਆ ਕੇ ਬਿਆਨ ਦੇਣਾ ਚਾਹੀਦਾ ਸੀ, ਕੀਤਾ ਜਾਂ ਨਹੀਂ ਕੀਤਾ। ਤੁਸੀਂ ਕਹਿ ਰਹੇ ਹੋ ਠੇਕੇਦਾਰ ਜਿਹੜਾ ਪਾਪਾ ਅਰੈਸਟ ਕਰ ਲਿਆ ਸੀ, ਉਹਨੂੰ ਪੈਸੇ ਕਢਾਉਣ ਦੀ ਵਿਜੀਲੈਂਸ ਨੇ ਆਗਿਆ ਦੇਤੀ ਸੀ, ਕਈ ਕਰੋੜ ਰੁਪਏ ਕਹਿੰਦੇ ਕਢਾ ਗਿਆ, ਉਹ ਕੀ ਮੈਟਰ ਹੈ? ਨਹੀਂ, ਆਗਿਆ ਦੇਤੀ ਜਾਂ ਨਾ ਦੇਤੀ ਬਾਰੇ ਸਾਨੂੰ ਨਹੀਂ ਪਤਾ, ਪਰ ਜਿਸ ਦਿਨ ਉਹਦੀ ਗ੍ਰਿਫਤਾਰੀ ਹੁੰਦੀ ਹੈ ਸਤੰਬਰ 2017 ਚ ਗ੍ਰਿਫਤਾਰੀ ਹੁੰਦੀ ਹੈ, ਸ਼ਾਇਦ 1-2 ਸਤੰਬਰ ਨੂੰ, ਤਾਂ 30/8/2017 ਨੂੰ ਉਹ 100 ਕਰੋੜ ਰੁਪਇਆ ਕੈਸ਼ 100 ਕਰੋੜ ਰੁਪਇਆ ਕੈਸ਼ 2 ਬੈਂਕਾਂ ਚੋਂ ਕਢਵਾ ਕੇ ਲੈ ਕੇ ਗਿਆ। ਜਦੋਂ ਕਿ ਕੋਈ ਅੰਡਰ ਦੀ ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਰੂਲਜ਼ ਹੈ ਜਾਂ ਬੈਂਕਿੰਗ ਇੰਡਸਟਰੀ ਦੇ ਰੂਲਜ਼ ਹੈ, 2 ਲੱਖ ਤੋਂ ਉੱਪਰ ਅਸੀਂ ਕੈਸ਼ ਨਹੀਂ ਕਢਵਾ ਸਕਦੇ। ਉਹ 100 ਕਰੋੜ ਰੁਪਇਆ ਕੈਸ਼ ਕਢਵਾ ਕੇ ਲੈ ਕੇ ਗਿਆ। ਉਹਦੇ ਬਾਰੇ ਵੀ ਕੋਈ ਤੁਸੀਂ ਪੁੱਛੋਗੇ ਸਰਕਾਰ ਤੋਂ ਵੀ ਇਹ ਕਿਵੇਂ ਹੋਇਆ? ਅਸੀਂ ਉਹਦੇ ਬਾਰੇ ਐਨਫੋਰਸਮੈਂਟ ਡਾਇਰੈਕਟੋਰੇਟ ਆਪਣੇ ਲੈਵਲ ਤੇ ਇਹਦੇ ਬਾਰੇ ਕਾਰਵਾਈ ਕਰ ਰਹੀ ਹੈ। ਅਸੀਂ ਈਡੀ ਜਲੰਧਰ ਦੇ ਕੋਲੇ ਪਰਚਾ ਹੈਗਾ, ਈਡੀ ਜਲੰਧਰ ਨੂੰ ਵੀ ਅਸੀਂ ਪਾਰਟੀ ਬਣਾਇਆ ਸੀ ਰਿਟ ਪਟੀਸ਼ਨ ਦੇ ਵਿੱਚ, ਉਹਨਾਂ ਨੂੰ ਵੀ ਹਦਾਇਤ ਆ ਤੁਸੀਂ ਇਹ 'ਤੇ ਕਾਰਵਾਈ ਕਰੋ। ਉਹ ਕੀ ਕਰਦੇ ਆ ਦੇਖਦੇ ਆ। ਉਹ ਜਿਹੜਾ ਠੇਕੇਦਾਰ ਅਰੈਸਟ ਕਰ ਲਿਆ ਸੀ ਉਹ ਹੁਣ ਜੇਲ੍ਹ ਦੇ ਵਿੱਚ ਹੈ ਜਾਂ ਜ਼ਮਾਨਤ ਤੇ, ਉਹ ਕਿੱਥੇ ਹੈ? ਨਹੀਂ, ਮੈਨੂੰ ਉਹਦੇ ਬਾਰੇ ਨਹੀਂ ਪਤਾ, ਗੁਰਿੰਦਰ ਸਿੰਘ ਬੇਲ ਤੇ ਹੈ ਜਾਂ ਗੁਰਿੰਦਰ ਸਿੰਘ ਅੰਦਰ ਹੈ। ਪਰ ਜਿਹੜੀ ਮਿਲੀ ਭੁਗਤ ਸੀ, ਜਿਵੇਂ ਮੰਤਰੀ ਮਿਲੇ ਹੋਏ, ਅਫਸਰ ਮਿਲੇ ਹੋਏ, ਇਹ ਤਾਂ ਬਹੁਤ ਵੱਡਾ ਸਕੈਂਡਲ ਹੋ ਸਕਦਾ ਜੇ ਜਾਂਚ ਹੋ ਜੇ। ਹੋਰ ਕਈ ਤਰ੍ਹਾਂ ਦੇ ਸਕੈਂਡਲ ਵੀ ਸਾਹਮਣੇ ਆ ਸਕਦੇ ਜੇ ਗੰਭੀਰਤਾ ਨਾਲ ਜਾਂਚ ਹੋ ਜੇ। ਦੇਖੋ, ਜੇ ਗੰਭੀਰਤਾ ਨਾਲ ਜਾਂਚ ਹੋ ਜੇ ਤਾਂ ਗਵਰਨਮੈਂਟ ਆਫ ਇੰਡੀਆ ਦਾ ਇੱਕ ਲੈਟਰ ਹੈ ਚੀਫ ਵਿਜੀਲੈਂਸ ਕਮਿਸ਼ਨਰ ਇੰਡੀਆ ਦੇ ਵੱਲੋਂ ਜਾਰੀ ਕੀਤਾ ਗਿਆ, ਜਿਹਦੇ ਵਿੱਚ ਇਹ ਕਿਹਾ ਗਿਆ ਹੈ ਜਿੱਥੇ ਕਿਤੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਮਸਲੇ ਆ ਔਰ ਤੁਹਾਨੂੰ ਗਵਰਨਮੈਂਟ ਆਫੀਸਰਜ਼ ਨੂੰ ਸੈਂਕਸ਼ਨ ਟੂ ਪ੍ਰੋਸੀਕਿਊਟ ਨੂੰ ਦੇਣੀ ਹੈ, ਮੰਗਦੀ ਹੈ ਕੋਈ ਏਜੰਸੀ, ਇਨਵੈਸਟੀਗੇਟਿੰਗ ਏਜੰਸੀ, ਪੁਲਿਸ ਜਾਂ ਵਿਜੀਲੈਂਸ ਬਿਊਰੋ ਜਾਂ CBI, ਤਾਂ ਤੁਸੀਂ ਉਹਨੂੰ 3 ਮਹੀਨੇ ਦੇ ਵਿੱਚ ਦੇਣੀ, 3 ਮਹੀਨੇ ਤੋਂ ਅੱਗੇ ਨਹੀਂ ਖਿੱਚ ਸਕਦੇ। ਇਹ ਤਾਂ ਹੁਣ 2017 2018 ਤੋਂ ਮੰਗ ਰਹੇ ਆ, 2022 ਆ ਗਿਆ, ਅਜੇ ਤੱਕ ਕਰਨ ਤੇ ਜੂ ਨਹੀਂ ਸਰਕਾਰ ਦੇ। ਪਰ ਤੁਹਾਨੂੰ ਮੈਂ ਹੁਣ ਸੰਜੇ ਪੋਪਲੀ ਵਾਲੇ ਕੇਸ ਨਾਲ ਥੋੜਾ ਰਿਲੇਸ਼ਨ ਕਰਨਾ ਚਾਹੂੰਗਾ ਇਸ ਮਾਮਲੇ ਦਾ। ਸੰਜੇ ਪੋਪਲੀ ਤੇ ਵੀ ਸੇਮ ਕਰਪਸ਼ਨ ਦੇ ਦੋਸ਼ ਹੈ, ਸੋਨੇ ਦੇ ਇੱਟਾਂ ਮਿਲ ਗਈਆਂ, ਉਸ ਮਾਮਲੇ 'ਚ ਫਿਰ ਜਲਦੀ ਸੈਂਕਸ਼ਨ ਲੈ ਲਈ ਜਾਂ ਸੈਂਕਸ਼ਨ ਦੀ ਲੋੜ ਨਹੀਂ ਸਮਝੀ? ਮੈਂ ਉਸ ਕੇਸ ਦੇ ਵਿੱਚ ਨਾ ਮੈਂ ਵਕੀਲ ਹਾਂ, ਨਾ ਮੈਂ ਉਸ ਕੇਸ ਨੂੰ ਪੜ੍ਹਿਆ, ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰੂੰਗਾ। ਤੁਰੰਤ ਐਕਸ਼ਨ ਹੋਇਆ, ਤੁਰੰਤ ਅਰੈਸਟ ਕਰਕੇ ਅੰਦਰ ਦਿੱਤਾ ਗਿਆ, ਰਿਕਵਰੀਆਂ ਵੀ ਕਾਫੀ ਹੋਈਆਂ ਨੇ। ਇਹਦਾ ਮਤਲਬ ਜੇ ਸਰਕਾਰ ਕਰਨਾ ਚਾਹੇ ਤਾਂ 1-2 ਦਿਨਾਂ 'ਚ ਕਰ ਸਕਦੀ ਹੈ? ਨਹੀਂ, ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ, ਲੇਕਿਨ ਲਾਅ ਇਹ ਹੈਗਾ, ਮੈਂ ਤਾਂ ਲੀਗਲ ਗੱਲ ਕਰ ਸਕਦਾ। ਲਾਅ ਇਹ ਹੈਗਾ ਜਿੱਥੇ ਆਦਮੀ ਰੈੱਡ ਹੈਂਡਡ ਫੜਿਆ ਗਿਆ ਪੈਸੇ ਲੈਂਦਾ, ਉੱਥੇ ਸੈਂਕਸ਼ਨ ਲੈਣ ਦੀ ਲੋੜ ਨਹੀਂ ਗ੍ਰਿਫਤਾਰ ਕਰਨ ਵਾਸਤੇ ਔਰ ਇਨਵੈਸਟੀਗੇਸ਼ਨ ਵਾਸਤੇ। ਜਿੱਥੇ ਆਦਮੀ ਰੈੱਡ ਹੈਂਡਡ ਨਹੀਂ ਫੜਿਆ ਗਿਆ, ਚਾਹੇ ਉਹ ਸੰਜੇ ਪੋਪਲੀ ਹੈ, ਚਾਹੇ ਆਮ ਆਦਮੀ ਪਾਰਟੀ ਦਾ ਜੋ ਮਿਨਿਸਟਰ ਇਹਨਾਂ ਨੇ ਫੜਿਆ ਉਹ ਹੈਗਾ, ਜੇ ਰੈੱਡ ਹੈਂਡਡ ਪੈਸੇ ਲੈਂਦਾ ਨਹੀਂ ਫੜਿਆ ਗਿਆ ਤਾਂ ਫਿਰ ਉਹਦੀ ਗ੍ਰਿਫਤਾਰੀ ਤੋਂ ਪਹਿਲਾਂ, ਉਹਦੇ 'ਤੇ ਪਰਚਾ ਦਰਜ ਕਰਨ ਤੋਂ ਪਹਿਲਾਂ, ਉਹਦੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਜਾਂ ਇਨਕੁਆਇਰੀ ਕਰਨ ਤੋਂ ਪਹਿਲਾਂ ਸੈਂਕਸ਼ਨ 17A ਆਫ ਦੀ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਲੈਣੀ ਜ਼ਰੂਰੀ ਹੈ, ਜੋ ਮੈਂ ਸਮਝਦਾ ਪੋਪਲੀ ਸਾਹਿਬ ਵਾਲੇ ਕੇਸ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਮੰਤਰੀ ਦੇ ਕੇਸ ਵਿੱਚ ਨਹੀਂ ਲਈ ਗਈ। ਸਰ, ਜਿਹੜਾ ਤੁਸੀਂ ਸ਼ੁਰੂ 'ਚ ਕਿਹਾ ਸੀ ਕਿ 1000 ਕਰੋੜ ਦਾ ਸਕੈਂਡਲ ਪਤਾ ਨਹੀਂ ਕਿਉਂ ਹੋ ਗਿਆ, ਤੁਸੀਂ ਸਾਰੇ ਕਾਗਜ਼ ਵਾਚੇ ਹੋਣੇ, ਕਿੰਨੇ ਕੁ ਕਰੋੜ ਦਾ, ਕਿੰਨੇ ਸੈਂਕੜੇ ਕਰੋੜ ਦਾ ਇਹ ਹੋ ਸਕਦਾ ਸਕੈਂਡਲ? ਨਹੀਂ, ਸਾਡੇ ਕੋਲੇ ਅਜਿਹਾ ਕੋਈ ਕਾਗਜ਼ ਨਹੀਂ, ਕਿਉਂਕਿ ਬਹੁਤ ਲੰਬੀ ਮੋਟੀ ਚੌੜੀ ਫਾਈਲ ਹੈ। ਸਾਡੇ ਕੋਲੇ ਅਜਿਹਾ ਕੋਈ ਕਾਗਜ਼ ਨਹੀਂ ਜਿੱਥੋਂ ਅਸੀਂ ਕੈਲਕੂਲੇਟ ਕਰ ਸਕੀਏ ਵੀ ਟੋਟਲ ਕਿੰਨਾ ਪੈਸਾ ਸਰਕਾਰ ਦਾ ਇਰੀਗੇਸ਼ਨ ਡਿਪਾਰਟਮੈਂਟ ਦਾ ਖਰਚ ਹੋਇਆ ਔਰ ਕਿੰਨਾ ਪੈਸਾ ਉਹਦੇ ਵਿੱਚੋਂ ਕਰਪਸ਼ਨ ਦੇ ਜ਼ਰੀਏ ਜਾਂ ਬਰਾਈਬਰੀ ਦੇ ਜ਼ਰੀਏ ਜਾਂ ਹਿੱਸਿਆਂ ਦੇ ਜ਼ਰੀਏ ਮੰਤਰੀਆਂ ਕੋਲ ਜਾਂ ਅਫਸਰਾਂ ਕੋਲ ਗਿਆ। ਸਾਡੇ ਕੋਲੇ, ਮੇਰੇ ਕੋਲ ਅਜਿਹਾ ਕੋਈ ਡਾਟਾ ਨਹੀਂ। ਸੋ ਇਹ ਸਨ ਐਡਵੋਕੇਟ ਬਲਤੇਜ ਸਿੰਘ ਸਿੱਧੂ, ਸੀਨੀਅਰ ਐਡਵੋਕੇਟ ਨੇ, ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਇਰੀਗੇਸ਼ਨ ਸਕੈਂਡਲ ਖਿਲਾਫ ਇੱਕ ਰਿਟ ਪਾਈ ਹੋਈ ਹੈ ਕਿ ਸਰਕਾਰ ਪ੍ਰਵਾਨਗੀ ਕਿਉਂ ਨਹੀਂ ਦੇ ਰਹੀ ਕੇਸ ਚਲਾਉਣ ਦੀ ਅੱਗੇ, ਕਿਉਂਕਿ ਇਸ ਕੇਸ ਨਾਲ 3-4 IAS ਅਫਸਰਾਂ ਦੇ ਨਾਂ ਜੁੜ ਰਹੇ ਨੇ, 2 ਸਾਬਕਾ ਮੰਤਰੀਆਂ ਦੇ ਨਾਂ ਜੁੜੇ ਹੋਏ ਨੇ। ਸੋ ਸਰਕਾਰ ਦੀ, ਪਹਿਲੀ ਸਰਕਾਰ ਦੀ ਕੀ ਮਜਬੂਰੀ ਸੀ ਜਾਂ ਫਿਰ ਮੌਜੂਦਾ ਸਰਕਾਰ ਦੀ ਕੀ ਮਜਬੂਰੀ ਆ, ਇਹਦੇ ਬਾਰੇ ਅਸੀਂ ਵੀ ਸਵਾਲ ਖੜੇ ਕਰ ਰਹੇ ਹਾਂ ਅਤੇ ਇਹਨਾਂ ਨੇ ਵੀ ਸਵਾਲ ਖੜੇ ਕੀਤੇ ਨੇ। ਸੋ ਜੇਕਰ ਕਰਪਸ਼ਨ ਨੂੰ ਰੋਕਣਾ ਤਾਂ ਇਰੀਗੇਸ਼ਨ ਦਾ ਜਿਹੜਾ ਸਕੈਂਡਲ ਆ ਇਹ ਵੀ ਨੰਗਾ ਕਰਨਾ ਪਏਗਾ ਅਤੇ ਮੁਲਜ਼ਮਾਂ ਨੂੰ ਅੰਦਰ ਦੇਣਾ ਪਏਗਾ, ਨਹੀਂ ਤਾਂ ਫਿਰ ਮੌਜੂਦਾ ਸਰਕਾਰ ਵੀ ਸਵਾਲਾਂ ਦੇ ਘੇਰੇ ਵਿੱਚ ਘਿਰ ਜਾਵੇਗੀ। ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। मियां मुराद अली जी, खुदा दे घर देर है अंधेर नहीं, हर समस्या दा समाधान। समस्या जिवें लव मैरिज, वशीकरण, किता कराया, लॉटरी नंबर होवे या लूटो मैक्स 649। मेरे और मेरे पति के बीच में बहुत अनबन रहती थी, जिसकी वजह से मैं बहुत सारे तांत्रिकों से मिली पर मुझे कोई समाधान नहीं मिला। उसके बाद मैं मियां मुराद अली जी से मिली, जिससे कि अब मैं अपने वैवाहिक जीवन में बहुत खुश हूँ।
ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ, ਬਹੁਤ ਜਗ੍ਹਾ ਤੇ ਧੱਕੇ ਖਾਏ। ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ। ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ, ਅਸੀਂ ਬੜੇ ਔਖੇ ਹੋ ਗਏ। ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ। ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਪਟਾਰਾ ਕਰ ਦਿੱਤਾ। ਹੁਣ ਅਸੀਂ ਬਹੁਤ ਖੁਸ਼। ਹੁਣੇ ਕਾਲ ਕਰੋ 98 417 18786 97797 24075।